ਬੱਚੋ 9th ਕਲਾਸ ਦੇ ਵਿੱਚ ਅਸੀਂ ਆਲਰੇਡੀ ਕਨਸੈਪਟ ਕਰਕੇ ਆਏ ਹੈਗੇ ਸੀ। ਉੱਥੇ ਵੀ ਇੱਕ ਚੈਪਟਰ ਕੀਤਾ ਸੀਗਾ ਜਿਹਦਾ ਨਾਮ ਸੀਗਾ ਕੋਆਰਡੀਨੇਟ ਜਿਓਮੈਟਰੀ, ਨਿਰਦੇਸ਼ਾਂਕ ਜਿਆਮਤੀ। ਠੀਕ ਹੈ ਜੀ। ਉਹਦੇ ਵਿੱਚ ਅਸੀਂ ਕੁਝ ਕਨਸੈਪਟਸ ਕੀਤੇ ਸੀਗੇ, ਐਬਸਿਸਾ, ਆਰਡੀਨੇਟ, ਔਰੀਜਨ ਤੇ ਪਲੋਟਿੰਗ ਕਿਵੇਂ ਅਸੀਂ ਕਰਦੇ ਹੈਗੇ। ਇੱਕ ਵਾਰੀ ਅਸੀਂ ਇਹਦੀ ਥੋੜੀ ਜਿਹੀ ਰਿਵੀਜ਼ਨ ਕਰ ਲਈਏ, ਫਿਰ ਅਸੀਂ ਅੱਗੇ ਚੱਲਦੇ ਹਾਂ। ਬੱਚੋ ਸਾਨੂੰ ਪਤਾ ਹੈਗਾ ਕਿ ਜਦੋਂ ਅਸੀਂ ਕਿਸੇ ਵੀ ਪੁਆਇੰਟ ਨੂੰ ਇੱਕ ਪਲੇਨ ਉੱਤੇ, ਠੀਕ ਹੈ ਜੀ, ਇੱਕ ਪਲੇਨ ਉੱਤੇ ਰਿਪਰੈਜ਼ੈਂਟ ਕਰਨਾ ਹੈਗਾ ਤੇ ਸਾਨੂੰ ਕੀ ਚਾਹੀਦਾ ਹੈਗਾ ਬੱਚਿਓ, ਅਸੀਂ ਗ੍ਰਾਫ ਤੇ ਪਲੋਟਿੰਗ ਕਰਦੇ ਹੈਗੇ ਨਾ ਐਕਸ ਤੇ ਵਾਈ ਦੇ, ਸਾਨੂੰ ਐਕਸ ਤੇ ਵਾਈ ਦੇ ਪੁਆਇੰਟਸ ਚਾਹੀਦੇ ਹੁੰਦੇ। ਮੀਨਸ ਸਾਨੂੰ ਕੀ ਕਿਸੇ ਵੀ ਪੁਆਇੰਟ ਨੂੰ ਪਲੋਟ ਕਰਨ ਲਈ ਐਕਸ ਵਾਈ ਪੁਆਇੰਟ ਦੇ ਕੀ ਚਾਹੀਦੇ ਹੈਗੇ, ਸਾਨੂੰ ਪੇਅਰ ਚਾਹੀਦਾ, ਸਾਨੂੰ ਜੋੜੇ ਚਾਹੀਦੇ ਆ। ਜਿੱਦਾਂ ਸਪੋਜ਼ ਕਰੋ ਇੱਕ ਪੁਆਇੰਟ, ਹੁਣ ਮੈਂ ਰੈੱਡ ਜਿਹੜਾ ਪੁਆਇੰਟ ਹੈਗਾ ਆ ਇਸ ਪੁਆਇੰਟ ਤੋਂ ਦਿਖਾਉਣ ਲੱਗੀ ਹਾਂ। ਸਪੋਜ਼ ਕਰੋ ਮੇਰਾ ਰੈੱਡ ਜਿਹੜਾ ਪੁਆਇੰਟ ਹੈਗਾ ਉਹ ਇੱਥੇ ਆ, ਠੀਕ ਹੈ ਜੀ। ਤੇ ਇੱਥੇ ਪੁਆਇੰਟ ਕਿਹੜਾ ਬਣ ਰਿਹਾ, ਦੇਖੋ ਬੱਚਿਓ, ਇੱਥੇ ਮੇਰੀ ਐਕਸ ਐਕਸਿਸ ਹੈਗੀ, ਇੱਥੇ ਮੇਰੀ ਵਾਈ ਐਕਸਿਸ ਹੈਗੀ ਹੈ। ਤੇ ਮੇਰਾ ਪੁਆਇੰਟ ਕਿਹੜਾ ਬਣੇਗਾ, ਐਕਸ ਤੋਂ ਕਿੰਨਾ ਪੁਆਇੰਟ ਆ ਰਿਹਾ 3, ਕਿਉਂਕਿ ਇੱਥੋਂ ਜਾ ਰਿਹਾ 3 ਤੇ ਇੱਥੋਂ ਜਾ ਰਿਹਾ 4। ਸੋ ਮੇਰਾ ਪੁਆਇੰਟ ਕਿਹੜਾ ਬਣ ਗਿਆ, ਪਹਿਲਾਂ ਮੈਂ ਐਕਸ ਦਾ ਲਿਖੂੰਗੀ, ਐਕਸ ਦਾ ਕੀ ਹੈਗਾ ਆ 3 ਐਂਡ ਵਾਈ ਦਾ ਕੀ ਹੈਗਾ ਆ 4। ਠੀਕ ਹੈ ਜੀ। ਇਹਦਾ ਜਿਹੜਾ ਪਹਿਲਾ ਵਾਲਾ ਪੁਆਇੰਟ ਹੈਗਾ, ਮੀਨਸ ਜਿਹੜਾ ਐਕਸ ਵਾਲਾ ਪੁਆਇੰਟ ਹੈਗਾ ਬੱਚਿਓ, ਇਹਨੂੰ ਐਕਸ ਕੋਆਰਡੀਨੇਟ ਕਹਿੰਦੇ ਆ, ਜਾਂ ਪੰਜਾਬੀ 'ਚ ਇਹਨੂੰ ਆਪਾਂ, ਇੱਥੇ ਮੈਂ ਲਿਖ ਦਿੰਦੀ, ਇਹਨੂੰ ਆਪਾਂ ਭੁੱਜ ਕਹਿੰਦੇ ਆ, ਠੀਕ ਹੈ ਜੀ, ਜਾਂ ਇੰਗਲਿਸ਼ 'ਚ ਆਪਾਂ ਇਹਨੂੰ ਐਬਸੀਸਾ ਕਹਿੰਦੇ ਆ। ਠੀਕ ਹੈ ਜੀ। ਐਕਸ ਵਾਲੇ ਪੁਆਇੰਟ ਨੂੰ ਆਪਾਂ ਐਕਸ ਕੋਆਰਡੀਨੇਟ ਜਾਂ ਭੁੱਜ ਜਾਂ ਐਬਸੀਸਾ ਕਹਿੰਦੇ। ਉਸੇ ਤਰ੍ਹਾਂ ਜਿਹੜਾ ਵਾਈ ਵਾਲਾ ਪੁਆਇੰਟ ਹੈਗਾ, ਇੱਥੇ ਜਿਹੜਾ 4 ਹੈਗਾ ਆ, ਇੱਥੇ ਇਹਨੂੰ ਆਪਾਂ ਕੀ ਕਹਿੰਦੇ ਬੱਚਿਓ, ਪੰਜਾਬੀ 'ਚ ਇਹਨੂੰ ਕੋਟੀ ਕਹਿੰਦੇ ਆ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਵਾਈ ਕੋਆਰਡੀਨੇਟ। ਠੀਕ ਹੈ ਜੀ। ਜਾਂ ਆਪਾਂ ਕਿਹਨੂੰ ਕੀ ਕਹਿ ਸਕਦੇ ਆਰਡੀਨੇਟ। ਠੀਕ ਹੈ ਜੀ। ਸੋ ਜੇ ਮੈਂ ਗੱਲ ਕਰਾਂ 3 ਤੇ 4 ਦੇ ਵਿੱਚ ਇਹ ਕੀ ਹੈ, 3 ਭੁੱਜ ਆ ਤੇ 4 ਕੋਟੀ ਹੈਗਾ। ਉਸੇ ਤਰ੍ਹਾਂ 3 ਮੇਰਾ ਐਬਸੀਸਾ ਆ ਤੇ ਵਾਈ ਮੇਰਾ ਕੀ ਹੈਗਾ, ਆਰਡੀਨੇਟ ਹੈਗਾ। ਠੀਕ ਹੈ ਜੀ। ਇਹਦੇ ਨਾਲ ਸਾਨੂੰ ਕੀ ਹੋ ਗਈ, ਐਬਸੀਸਾ ਤੇ ਆਰਡੀਨੇਟ ਪਤਾ ਲੱਗਿਆ। ਨੈਕਸਟ ਪੁਆਇੰਟ ਜਿਹੜਾ ਮੇਨ ਹੈਗਾ ਬੱਚੇ, ਉਹ ਹੈਗਾ ਔਰੀਜਿਨ ਦਾ। ਜਿਹੜਾ ਬਲੂ ਪੁਆਇੰਟ ਹੈਗਾ ਉਹ ਮੈਂ ਦੇਖੋ ਔਰੀਜਿਨ ਤੇ ਰੱਖਣ ਲੱਗੀ ਹਾਂ। ਤੇ ਔਰੀਜਿਨ ਉਹ ਹੈਗਾ ਜਿੱਥੇ ਐਕਸ ਐਕਸਿਸ ਤੇ ਵਾਈ ਐਕਸਿਸ ਆਪਸ 'ਚ ਮਿਲ ਰਹੀਆਂ ਨੇ 90 ਡਿਗਰੀ ਤੇ। ਠੀਕ ਹੈ। ਔਰੀਜਿਨ ਦਾ ਜਿਹੜਾ ਪੁਆਇੰਟ ਹੈਗਾ ਬੱਚਿਓ, ਉਹ ਪੁਆਇੰਟ ਕਿਹੜਾ ਹੁੰਦਾ ਆ 0 ਤੇ 0 ਦਾ। ਉੱਥੇ ਐਬਸੀਸਾ ਵੀ 0 ਹੈ ਐਂਡ ਆਰਡੀਨੇਟ ਵੀ 0 ਹੈ, ਐਕਸ ਕੋਆਰਡੀਨੇਟ ਵੀ 0 ਹੈ ਤੇ ਵਾਈ ਕੋਆਰਡੀਨੇਟ ਵੀ 0 ਹੈਗਾ। ਨੈਕਸਟ ਇੱਕ ਮੇਨ ਗੱਲ ਆਪਾਂ 9th ਦੀ ਰਿਵਾਈਜ਼ ਕਰ ਲਈਏ, ਉਹ ਹੈਗੀ ਆ ਕਿ ਕੋਈ ਵੀ ਪੁਆਇੰਟ ਜਦੋਂ ਐਕਸ ਐਕਸਿਸ ਐਂਡ ਵਾਈ ਐਕਸਿਸ ਤੇ ਹੋਵੇ ਤੇ ਉਹਦੀ ਪਲੋਟਿੰਗ ਕਿਵੇਂ ਹੋਏਗੀ, ਜਾਂ ਉਹਨੂੰ ਆਪਾਂ ਦਿਖਾਵਾਂਗੇ ਕਿੱਦਾਂ। ਠੀਕ ਹੈ ਜੀ। ਹੁਣ ਆ ਗ੍ਰੀਨ ਵਾਲਾ ਪੁਆਇੰਟ ਹੈਗਾ ਆ, ਇਹਨੂੰ ਮੈਂ ਲੈ ਕੇ ਚੱਲ ਰਹੀ ਹਾਂ ਐਕਸ ਐਕਸਿਸ ਤੇ। ਦੇਖੋ ਜਿਹੜਾ ਰੈੱਡ ਵਾਲਾ ਪੁਆਇੰਟ ਹੈਗਾ ਉਹ ਮੇਰਾ ਪਹਿਲੇ ਕੁਆਡਰੈਂਟ 'ਚ ਹੈਗਾ ਆ। ਠੀਕ ਹੈ ਜੀ। ਵਾਈ ਪੁਆਇੰਟ ਮੈਂ ਮੂਲ ਬਿੰਦੂ ਬਣਾਇਆ ਆ, ਮੈਂ ਔਰੀਜਿਨ ਬਣਾਇਆ। ਤੇ ਜਿਹੜਾ ਗ੍ਰੀਨ ਵਾਲਾ ਪੁਆਇੰਟ ਹੈਗਾ ਆ ਉਹ ਮੈਂ ਐਕਸ ਐਕਸਿਸ ਤੇ ਲੈ ਕੇ ਚੱਲ ਰਹੀ, ਦਿਸ ਇਜ਼ ਦ ਐਕਸ ਐਕਸਿਸ। ਠੀਕ ਹੈ ਜੀ। ਹੁਣ ਜੇ ਮੇਰਾ ਗ੍ਰੀਨ ਪੁਆਇੰਟ ਇੱਥੇ ਹੈਗਾ ਤੇ ਮੇਰਾ ਪੁਆਇੰਟ ਕੀ ਬਣ ਗਿਆ, ਐਕਸ ਦੀ ਰਕਮ ਆ ਰਹੀ ਹੈ ਬੱਚਿਓ 3, ਵਾਈ ਦੀ ਰਕਮ ਕੀ ਆ ਰਹੀ, ਵਾਈ ਦੀ ਰਕਮ ਤੇ ਆਈ ਨਹੀਂ ਕੋਈ, ਵਾਈ ਦੀ ਰਕਮ ਮੇਰੀ ਇੱਥੇ ਆ ਰਹੀ ਹੈ 0। ਠੀਕ ਹੈ ਜੀ। ਉਸੇ ਤਰ੍ਹਾਂ ਚਲੋ ਪੁਆਇੰਟ ਨੂੰ ਥੋੜਾ ਜਿਹਾ ਅੱਗੇ ਲੈ ਕੇ ਚੱਲਦੇ ਆ। ਪੁਆਇੰਟ ਜੇ ਇੱਥੇ ਆ, ਇੱਥੇ ਮੇਰੇ ਕੋਆਰਡੀਨੇਟ ਕਿਹੜੇ ਆ ਜਾਣਗੇ, ਐਕਸ ਦਾ ਮੈਂ ਕੀ ਲੈ ਰਹੀ, ਦੇਖੋ ਦਿਸ ਇਜ਼ ਐਕਸ ਐਂਡ ਦਿਸ ਇਜ਼ ਵਾਈ ਨਾ। ਐਕਸ ਦਾ ਕੀ ਲੈ ਰਿਹਾ ਮੈਂ, ਐਕਸ ਦਾ 6 ਲਿਆ ਤੇ ਵਾਈ ਦਾ ਕੀ ਲਿਆ ਬੱਚਿਓ 0 ਲਿਆ। ਇਸੇ ਕਰਕੇ ਜੇ ਮੈਂ ਇਹਨੂੰ ਜਰਨਲਾਈਜ਼ ਕਰਕੇ ਲਿਖਾਂ ਤੇ ਮੇਰਾ ਕੋਈ ਵੀ ਪੁਆਇੰਟ ਜਿਹੜਾ ਐਕਸ ਐਕਸਿਸ ਤੇ ਹੋਏਗਾ ਉਹ ਕਿਸ ਤਰੀਕੇ ਦਾ ਹੋਏਗਾ, ਐਕਸ ਤੇ 0। ਉਹਦੇ ਵਿੱਚ ਵਾਈ ਕੋਆਰਡੀਨੇਟ ਮੇਰਾ ਹੈਗਾ ਉਹ ਹਮੇਸ਼ਾ ਕੀ ਹੋਏਗਾ, 0 ਹੋਏਗਾ। ਉਸੇ ਤਰ੍ਹਾਂ ਹੁਣ ਮੈਂ ਇਹਨੂੰ ਵਾਈ ਐਕਸਿਸ ਤੇ ਦਿਖਾਨੀ ਆ, ਵਾਈ ਜਿਹੜਾ ਗ੍ਰੀਨ ਪੁਆਇੰਟ ਹੈਗਾ ਇਹ ਵਾਈ ਐਕਸਿਸ ਤੇ ਹੈਗਾ। ਸਪੋਜ਼ ਕਰੋ ਮੇਰਾ ਪੁਆਇੰਟ ਇੱਥੇ ਆ। ਹੁਣ ਇਹਦੇ ਵਿੱਚ ਕੀ ਹੈਗਾ ਆ, ਐਕਸ ਐਕਸਿਸ ਦੇ ਵਿੱਚ ਕਿੰਨਾ ਹੈਗਾ, ਐਕਸ ਐਕਸਿਸ ਦੀ ਵੈਲਿਊ ਕਿੰਨੀ ਹੈਗੀ, ਐਕਸ ਐਕਸਿਸ ਮੇਰੇ ਕੋਲ ਹੈਗਾ ਆ 0, ਕਿਉਂਕਿ ਐਕਸ ਦਾ 0 ਪੁਆਇੰਟ ਇੱਥੇ ਆ ਰਿਹਾ। ਠੀਕ ਹੈ। ਐਕਸ ਦਾ 0 ਹੈਗਾ ਤੇ ਵਾਈ ਦਾ ਪੁਆਇੰਟ ਕਿੰਨਾ ਹੈਗਾ ਆ 8 ਹੈਗਾ। ਇਹੀ ਪੁਆਇੰਟ ਜੇ ਮੈਂ ਥੋੜਾ ਜਿਹਾ ਉੱਪਰ ਨੀਚੇ ਕਰ ਲੈਂਦੀ ਹਾਂ, ਸਪੋਜ਼ ਵੀ ਹੈਵ ਦ ਪੁਆਇੰਟ ਹੇਅਰ, ਮੇਰੇ ਇਹਦੇ ਕੋਆਰਡੀਨੇਟਸ ਕਿੰਨੇ ਆਉਣਗੇ, ਐਕਸ ਦਾ 0 ਤੇ ਵਾਈ ਦਾ 5, ਕਿਉਂਕਿ ਵਾਈ ਦਾ 5 ਆ ਰਿਹਾ, ਐਕਸ ਦਾ ਤੇ 0 ਹੋ ਹੀ ਨਹੀਂ ਰਿਹਾ, ਐਕਸ ਦਾ ਤੇ ਕੋਈ ਪੁਆਇੰਟ ਹੋ ਹੀ ਨਹੀਂ ਰਿਹਾ ਕਿਉਂਕਿ ਪੁਆਇੰਟ ਅਜੇ ਮੇਰਾ ਕੀ ਹੈਗਾ ਵਾਈ ਐਕਸਿਸ ਤੇ ਹੈਗਾ। ਇਸੇ ਚੀਜ਼ ਨੂੰ ਮੈਂ ਜਰਨਲਾਈਜ਼ ਕਰਕੇ ਜੇ ਮੈਂ ਕਹਾਂ ਕੋਈ ਵੀ ਪੁਆਇੰਟ ਮੇਰਾ ਵਾਈ ਐਕਸਿਸ ਤੇ ਕਿਸ ਤਰੀਕੇ ਦਾ ਹੋਏਗਾ ਬੱਚਿਓ, 0 ਤੇ ਵਾਈ ਟਾਈਪ ਦਾ। ਠੀਕ ਹੈ ਜੀ। ਇੰਨੀ ਕੁ ਤੁਹਾਨੂੰ ਸਮਝ ਲੱਗ ਗਈ ਹੈ ਤੇ ਚਲੋ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਜਰਨਲਾਈਜ਼ ਕਰਕੇ ਉੱਥੇ ਦੱਸ ਦਿੰਨੀ ਆ।
ਆਪਾਂ ਆਪਣੀ ਅਸਾਈਨਮੈਂਟ ਵੱਲ ਚੱਲੀਏ। ਦੇਖੋ ਐਬਸੀਸਾ ਤੁਹਾਨੂੰ ਪਤਾ ਲੱਗ ਗਿਆ, ਐਕਸ ਕੋਆਰਡੀਨੇਟ ਨੂੰ ਅਸੀਂ ਐਬਸੀਸਾ ਕਹਿੰਦੇ ਹੈਗੇ, ਵਾਈ ਕੋਆਰਡੀਨੇਟ ਨੂੰ ਅਸੀਂ ਆਰਡੀਨੇਟ ਜਾਂ ਕੋਟੀ ਕਹਿੰਦੇ। ਮੂਲ ਬਿੰਦੂ ਜਿਹੜੇ ਹੈਗੇ 0 0 ਨਾਲ ਦਰਸਾਏ ਜਾਂਦੇ, ਤੇ ਪੁਆਇੰਟਸ ਔਨ ਐਕਸ ਐਕਸਿਸ ਜਿਹੜੇ ਹੋਣਗੇ, ਐਕਸ ਐਕਸਿਸ ਤੇ ਲੱਗਣ ਵਾਲੇ ਸਾਰੇ ਪੁਆਇੰਟਸ ਜਿਹੜੇ ਹੈਗੇ ਐਕਸ 0 ਦੇ ਫਾਰਮ ਦੇ ਹੋਣਗੇ, ਤੇ ਵਾਈ ਐਕਸਿਸ ਤੇ ਲੱਗਣ ਵਾਲੇ ਸਾਰੇ ਪੁਆਇੰਟ ਜਿਹੜੇ ਹੈਗੇ 0 y ਦੀ ਫਾਰਮ ਦੇ ਹੋਣਗੇ। ਠੀਕ ਹੈ ਜੀ। ਆ ਦੇਖੋ ਜਦੋਂ y ਸੀਗਾ ਤੇ ਪਹਿਲੀ ਰਕਮ 0 ਆ, ਤੇ ਜਿੱਥੇ ਕਿਉਂਕਿ x ਤੇ y ਆਪਾਂ ਲਿਖਦੇ ਨਾ x, y, ਦੂਜੀ ਜਗ੍ਹਾ ਤੇ y ਰੱਖ ਕੇ ਪਹਿਲਾਂ ਅਸੀਂ 0 ਕਰ ਦੇਣਾ, ਕਿਉਂਕਿ ਉਹ ਪੁਆਇੰਟ ਜਿਹੜੇ ਹੈਗੇ ਉਹ y ਐਕਸਿਸ ਤੇ ਹੈਗੇ। ਉਸੇ ਤਰ੍ਹਾਂ x ਐਕਸਿਸ ਵਾਲਾ ਪੁਆਇੰਟ ਕੀ ਆ ਗਿਆ, ਪਹਿਲਾਂ x ਲਿਖ ਲੈਣਾ ਤੇ ਦੂਜਾ ਪੁਆਇੰਟ ਅਸੀਂ 0 ਲਿਖਾਂਗੇ। ਅਸੀਂ y ਨੂੰ ਇੱਥੇ 0 ਲਿਖ ਦੇਣਾ ਆ। ਹੁਣ ਆਪਾਂ ਜਿਹੜਾ ਦੇਖਦੇ ਹਾਂ ਕਿ 10ਵੀਂ ਕਲਾਸ ਦੇ ਵਿੱਚ ਅਸੀਂ ਕੀ ਕਰਨਾ ਬੱਚਿਓ। ਹੁਣ ਤੱਕ ਅਸੀਂ ਕੀਤਾ ਕਿ ਅਸੀਂ ਗ੍ਰਾਫ ਦੇ ਉੱਤੇ ਇੱਕ ਪੁਆਇੰਟ ਨੂੰ ਪਲਾਟ ਕੀਤਾ, ਨਹੀਂ ਜਾਂ 2 ਪੁਆਇੰਟ ਨੂੰ ਪਲਾਟ ਕੀਤਾ, ਜਾਂ 3 ਪੁਆਇੰਟ ਨੂੰ ਪਲਾਟ ਕੀਤਾ, ਜਾਂ ਜਿੰਨੇ ਮਰਜ਼ੀ ਪੁਆਇੰਟਸ ਅਸੀਂ ਪਲਾਟ ਕੀਤੇ। 10ਵੀਂ ਦੇ ਵਿੱਚ ਜਿਹੜਾ ਹੈਗਾ ਆ, ਅਸੀਂ ਕੀ ਕਰਨਾ ਹੈ, ਕੋਈ ਦੋ ਪੁਆਇੰਟਸ ਸਾਨੂੰ ਦਿੱਤੇ ਹੋਣਗੇ, ਉਹਨਾਂ ਦੇ ਵਿੱਚ ਦਾ ਅਸੀਂ ਕੀ ਕਰਨਾ ਬੱਚਿਓ, ਡਿਸਟੈਂਸ ਪਤਾ ਕਰਨਾ ਆ। ਡਿਸਟੈਂਸ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਦੂਰੀ। ਨਾਓ ਸਪੋਜ਼ ਸਾਡੇ ਕੋਲ ਇਹ ਦੋ ਪੁਆਇੰਟਸ ਨੇ, ਪੁਆਇੰਟ A ਤੇ ਪੁਆਇੰਟ B। ਪੁਆਇੰਟ A ਦੇ ਨਿਰਦੇਸ਼ਾਂਕ ਕਿਹੜੇ ਦਿੱਤੇ ਹੋਏ ਨੇ, x1 ਤੇ y1। ਇਹ ਜਸਟ ਨੋਟੇਸ਼ਨ ਲਈ ਹੈਗੀ, ਇਹ ਤੁਹਾਡੀ ਕੋਈ ਵੀ ਵੈਲਿਊ ਹੋ ਸਕਦੀ। ਸਪੋਜ਼ ਕਰੋ ਇਹ ਪੁਆਇੰਟ ਜੇ ਮੈਂ ਇੱਥੇ ਦਰਸਾਵਾਂ, ਇਹ ਦੇਖੋ ਕੀ ਹੈਗਾ 1 2 ਤੇ 3, ਇਹ 3 ਆ ਰਿਹਾ, ਤੇ y ਦਾ ਕਿੰਨਾ ਆ ਰਿਹਾ 1 ਤੇ 2, ਤੇ ਇਹ ਪੁਆਇੰਟ ਕਿਹੜਾ ਬਣ ਰਿਹਾ 3 ਤੇ 2। ਪਰ ਇਹਨੂੰ ਜਰਨਲਾਈਜ਼ ਕਰਨ ਲਈ, ਇੱਕ ਫਾਰਮੂਲਾ ਬਣਾਉਣ ਲਈ ਇਹਨਾਂ ਨੇ ਕੀ ਲਿਆ ਹੈਗਾ ਆ, ਇਹਨੂੰ ਸਿੰਪਲ x1 y1 ਲਿਆ। ਹੁਣ ਮੰਨ ਲਓ ਸਾਡੇ ਕੋਲ ਇੱਕ ਪੁਆਇੰਟ ਹੈਗਾ ਆ x1 y1, ਦੂਜਾ ਪੁਆਇੰਟ ਹੈਗਾ ਸਾਡੇ ਕੋਲ x2 y2, ਤੇ ਇਹਨਾਂ ਦੋਵਾਂ ਦੇ ਪੁਆਇੰਟਸ ਦੇ ਵਿੱਚ ਦਾ ਜਿਹੜਾ ਸ਼ਾਰਟੈਸਟ ਡਿਸਟੈਂਸ ਹੈਗਾ ਆ, ਉਹਨੂੰ ਇਹਨਾਂ ਨੇ ਰੈੱਡ ਲਾਈਨ ਨਾਲ ਦਿਖਾਇਆ ਆ, ਉਹਨੂੰ ਆਪਾਂ D ਲਿਖਦੇ ਆ। ਠੀਕ ਹੈ ਜੀ। 10ਵੀਂ ਕਲਾਸ ਦੇ ਵਿੱਚ ਪਹਿਲੀ ਐਕਸਰਸਾਈਜ਼ ਦੇ ਵਿੱਚ ਅਸੀਂ ਇਹੀ ਦੇਖਣਾ ਆ ਕਿ D ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੈਗਾ। ਤੇ ਫਾਰਮੂਲਾ ਜਿਹੜਾ ਹੈਗਾ, ਪਹਿਲਾਂ ਮੈਂ ਤੁਹਾਨੂੰ ਸਿੰਪਲ ਇਸ ਡਾਇਗਰਾਮ ਤੋਂ ਦੱਸਦਾ। ਤੁਸੀਂ ਕੀ ਕਰਨਾ ਬੱਚਿਓ, ਜਿਹੜਾ B ਪੁਆਇੰਟ ਹੈਗਾ ਆ, ਠੀਕ ਹੈ ਜੀ, ਇਹਦਾ ਪਹਿਲਾ ਕੋਆਰਡੀਨੇਟ ਕੀ ਹੈਗਾ x2, ਤੁਸੀਂ ਕੀ ਕਰ ਦੇਣਾ x2। ਚਲੋ ਮੈਂ ਇੱਥੇ ਤੁਹਾਨੂੰ ਲਿਖ ਕੇ ਦਿਖਾਣੀ, 1 ਮਿੰਟ ਰੁਕਿਓ ਜਰਾ। A ਪੁਆਇੰਟ ਇੱਥੇ ਲਿਖ ਲੈਣਾ ਤੁਸੀਂ x1 y1, ਇਹ ਪਹਿਲਾ ਪੁਆਇੰਟ ਆਇਆ, ਦੂਜਾ ਹੈਗਾ x2 y2। ਠੀਕ ਹੈ ਜੀ। ਫਿਰ ਤੁਸੀਂ ਕੀ ਕਰਨਾ ਆ, ਫਾਰਮੂਲਾ ਕਿਵੇਂ ਬਣਾਉਣਾ ਆ, ਇਹ ਮੈਂ ਤੁਹਾਨੂੰ ਯਾਦ ਰੱਖਣ ਲਈ ਦੱਸਦੀ ਹਾਂ। ਤੁਸੀਂ ਕੀ ਕਰਨਾ, ਅੰਡਰ ਰੂਟ ਦੇ ਵਿੱਚ ਫਾਰਮੂਲਾ ਆਏਗਾ ਡਿਸਟੈਂਸ, ਉਹ ਕਿਹਦੇ ਬਰਾਬਰ ਆਏਗਾ, ਪਹਿਲੇ ਵਾਲੇ ਕੋਆਰਡੀਨੇਟ ਨਾਲ ਦੂਜਾ ਵਾਲਾ ਕੋਆਰਡੀਨੇਟ ਤੁਸੀਂ ਮਾਈਨਸ ਕਰਨਾ। ਠੀਕ ਹੈ ਜੀ, ਸਮਝ ਆਇਆ। ਮਤਲਬ ਤੁਸੀਂ ਕੀ ਕਰਨਾ ਬੱਚਿਓ, x2 ਮਾਈਨਸ x1 ਕਰਨਾ, ਤੇ ਫਿਰ ਅਸੀਂ ਕੀ ਕਰਾਂਗੇ, ਇਹਦਾ ਸਕੁਏਅਰ ਕਰਾਂਗੇ। ਨਾਲ ਹੀ ਕੀ ਕਰਨਾ, ਫਿਰ ਅਸੀਂ ਕੀ ਲਿਖਣਾ ਇੱਥੇ, ਵੀ ਵਿਲ ਰਾਈਟ ਪਲੱਸ। ਠੀਕ ਹੈ ਜੀ। ਫਿਰ y2 ਦੇ ਨਾਲ ਅਸੀਂ ਕੀ ਕਰਾਂਗੇ, y1 ਨੂੰ ਕੀ ਕਰਾਂਗੇ, ਮਾਈਨਸ ਕਰਾਂਗੇ, y2 ਮਾਈਨਸ y1, ਫਿਰ ਇਹਦਾ ਕਰ ਦਾਂਗੇ ਸਕੁਏਅਰ। ਠੀਕ ਹੈ ਜੀ। ਤੇ ਆ ਬੱਚਿਓ ਜਿਹੜੀ ਆ ਚੀਜ਼ ਹੈਗੀ ਹੈ ਤੁਸੀਂ ਯਾਦ ਕਰ ਲੈਣੀ, ਦਿਸ ਇਜ਼ ਯੋਰ ਫਾਰਮੂਲਾ। ਠੀਕ ਹੈ ਜੀ। ਮੈਂ ਯਾਦ ਕਰਨ ਦਾ ਤਰੀਕਾ ਦੱਸਿਆ ਕਿ 2 ਪੁਆਇੰਟਸ ਜਿਹੜੇ ਹੈਗੇ ਨਾਲ ਲਿਖ ਲਿਓ, ਪਹਿਲੇ ਵਾਲੇ ਨਾਲ ਪਹਿਲਾ ਵਾਲਾ ਮਾਈਨਸ ਕਰ ਦਿਓ। ਠੀਕ ਹੈ ਜੀ। ਸੈਕਿੰਡ ਵਾਲੇ ਨਾਲ ਸੈਕਿੰਡ ਵਾਲਾ ਮਾਈਨਸ ਕਰ ਦਿਓ, ਫਿਰ ਉਹਨਾਂ ਦਾ ਸਕੁਏਅਰ ਜ਼ਰੂਰ ਕਰਨਾ ਆ, ਤੇ ਦੋਵਾਂ ਦੇ ਵਿੱਚ ਪਲੱਸ ਦਾ ਲਿਖਿਆ ਹੋਣਾ ਜ਼ਰੂਰੀ ਹੈ। ਠੀਕ ਹੈ, ਪਲੱਸ ਨਹੀਂ ਲਿਖੋਗੇ ਤੇ ਫਾਰਮੂਲਾ ਗਲਤ ਹੋ ਜਾਏਗਾ। ਹੁਣ ਆਪਾਂ ਦੇਖੀਏ ਕਿ ਫਾਰਮੂਲਾ ਜਿਹੜਾ ਹੈਗਾ ਬਣਿਆ ਕਿੱਦਾਂ। ਦੇਖੋ B ਦੇ ਪੁਆਇੰਟਸ ਕਿਹੜੇ ਨੇ, x2 ਤੇ y2। ਸਾਨੂੰ ਪਤਾ ਹੈਗਾ ਹੈ ਕਿ ਜਿਹੜਾ y2 ਪੁਆਇੰਟ ਹੈਗਾ ਆ, ਉਹ ਕੀ ਹੁੰਦਾ ਹੈ ਬੱਚਿਓ, ਇਸ ਪੁਆਇੰਟ ਦਾ x ਐਕਸਿਸ ਤੋਂ ਡਿਸਟੈਂਸ। y2 ਕੀ ਹੈਗਾ ਆ, ਪੁਆਇੰਟ A ਦਾ x ਐਕਸਿਸ ਤੋਂ ਡਿਸਟੈਂਸ, ਮਤਲਬ ਕਿ ਇਹ ਪੂਰੀ ਦੀ ਪੂਰੀ ਜਿਹੜੀ ਮੇਰੀ ਲਾਈਨ ਹੈਗੀ ਬੱਚਿਓ, ਇਹ ਕੀ ਹੋਏਗੀ y2। ਠੀਕ ਹੈ। ਹੁਣ ਆਹ ਵਾਲਾ ਜਿਹੜਾ ਪੁਆਇੰਟ ਹੈਗਾ ਹੈ, ਦੇਖੋ ਆਹ ਵਾਲਾ ਪੁਆਇੰਟ ਕੀ ਹੈਗਾ, ਕਿਉਂਕਿ ਇੱਥੇ y1 ਆ ਹੈਗਾ ਆ, ਆਹ ਵਾਲਾ ਪੁਆਇੰਟ ਇਹੀ ਚੱਲ ਰਿਹਾ ਨਾ, ਇਸ ਕਰਕੇ ਇੱਥੇ ਵੀ ਕੀ ਆਏਗਾ, ਇੱਥੇ ਵੀ ਮੇਰਾ ਕੋਆਰਡੀਨੇਟ ਜਿਹੜਾ y ਦਾ ਆਏਗਾ ਉਹ y1 ਆ ਰਿਹਾ। ਠੀਕ ਹੈ ਜੀ। ਤੇ ਮੈਂ ਜੇ ਕਹਾਂ y1 ਕੀ ਹੈਗਾ, y1 ਕੀ ਹੈਗਾ ਬੱਚਿਓ, ਇਸ ਪੁਆਇੰਟ ਦਾ x ਐਕਸਿਸ ਤੋਂ ਡਿਸਟੈਂਸ। ਇਹਦਾ ਮਤਲਬ ਜਿਹੜਾ ਮੇਰਾ ਇੰਨਾ ਕੁ ਡਿਸਟੈਂਸ ਹੈਗਾ ਬੱਚਿਓ, ਉਹ ਕੀ ਹੈਗਾ ਆ y1। ਤੇ ਦੇਖੋ ਪੂਰਾ y2 ਆ, ਨੀਚੇ ਵਾਲਾ y1 ਆ, ਤੇ ਜੇ ਮੈਂ ਆਹ ਵਾਲਾ ਡਿਸਟੈਂਸ ਕੱਢਣਾ ਹੋਵੇ ਤੇ ਉਹ ਮੇਰਾ ਡਿਸਟੈਂਸ ਕਿੰਨਾ ਆ ਗਿਆ ਬੱਚਿਓ, ਉਹ ਮੇਰਾ ਡਿਸਟੈਂਸ ਆ ਗਿਆ y2 ਮਾਈਨਸ y1। ਇਹਦਾ ਮਤਲਬ ਮੇਰੀ ਆਹ ਵਾਲੀ ਲਾਈਨ ਕਿੰਨੀ ਆ, y2 ਮਾਈਨਸ y1। ਉਸੇ ਤਰ੍ਹਾਂ ਮੈਂ ਹੁਣ x ਐਕਸਿਸ ਵਾਲੀ ਗੱਲ ਕਰਦੀ ਆ, ਜਿਹੜਾ ਮੇਰਾ B ਪੁਆਇੰਟ ਹੈਗਾ ਆ, ਦੇਖੋ ਆਹ ਵਾਲਾ ਪੁਆਇੰਟ ਹੈਗਾ ਆ, ਫਿਲਹਾਲ ਮੈਂ ਇਹਨੂੰ ਓਮਿਟ ਕਰਦੀ ਆ। ਠੀਕ ਹੈ। ਤੇ ਆਹ ਚੀਜ਼ ਤੁਸੀਂ ਹੁਣ ਯਾਦ ਕਰ ਲੈਣੀ। ਦੇਖੋ ਆਹ ਵਾਲਾ ਜਿਹੜਾ ਪੁਆਇੰਟ ਹੈਗਾ ਆ,
ਇੱਥੇ ਕੀ ਆਏਗਾ, ਕਿਉਂਕਿ ਇੱਥੇ x2 ਹੈਗਾ ਆ, ਇਹੀ ਜਿਹੜਾ ਡਿਸਟੈਂਸ ਹੈਗਾ ਹੈ ਉਹੀ ਡਿਸਟੈਂਸ ਮੇਰਾ ਇੱਥੇ ਆ। ਇਹਦਾ ਮਤਲਬ ਇੱਥੇ ਵੀ ਪੁਆਇੰਟ ਮੇਰਾ ਕਿਹੜਾ ਆ ਰਿਹਾ ਬੱਚਿਓ, x2 ਦਾ। ਤੇ x2 ਕੀ ਹੈਗਾ ਅਸਲੀ 'ਚ y ਐਕਸਿਸ ਨਾਲੋਂ ਇਸ ਪੁਆਇੰਟ ਦੀ ਦੂਰੀ। ਇਹਦਾ ਮਤਲਬ ਜੇ ਮੈਂ ਇਸ ਪੁਆਇੰਟ 'ਤੇ ਗੱਲ ਕਰਾਂ ਤੇ ਮੇਰੇ ਪੂਰੀ ਦੀ ਪੂਰੀ ਜਿਹੜੀ ਆਹ ਲੈਂਥ ਹੈਗੀ ਆ ਉਹ ਕਿੰਨੀ ਆ ਗਈ ਬੱਚਿਓ, x2। ਤੇ ਮੇਰੀ ਇਸ ਪੁਆਇੰਟ ਤੋਂ y ਐਕਸਿਸ ਦੀ ਦੂਰੀ ਕਿੰਨੀ ਆ ਗਈ, ਮੈਂ ਦੂਜੇ ਕਲਰ ਨਾਲ ਦਿਖਾਨੀ ਆ। ਇਹ ਮੇਰੀ ਦੂਰੀ ਹੈਗੀ ਬੱਚਿਓ x1। ਉਸੇ ਤਰ੍ਹਾਂ ਵੱਡੀ ਵਿੱਚੋਂ ਇਹ ਪੂਰੀ ਵਿੱਚੋਂ ਮੈਂ ਆਹ ਵਾਲੀ ਚੀਜ਼ ਮਾਈਨਸ ਕਰਨੀ ਆ ਤੇ ਮੇਰਾ ਆਹ ਵਾਲਾ ਡਿਸਟੈਂਸ ਕਿੰਨਾ ਆ ਗਿਆ, x2 ਮਾਈਨਸ x1। ਠੀਕ ਹੈ ਜੀ। ਤੇ ਮਤਲਬ ਮੈਂ ਦੱਸ ਸਕਦੀ ਕਿ ਅਗਲੀ ਡਾਇਗਰਾਮ ਦੇ ਵਿੱਚ ਮੇਰੀ ਆਹ ਵਾਲੀ ਚੀਜ਼ ਕੀ ਹੈਗੀ ਬੱਚਿਓ, ਆਹ ਮੇਰੀ ਲੈਂਥ ਕੀ ਬਣ ਗਈ y2 ਮਾਈਨਸ y1 ਤੇ ਆਹ ਵਾਲੀ ਲੈਂਥ ਮੇਰੀ ਕੀ ਬਣ ਗਈ x2 ਮਾਈਨਸ x1। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਰਿਵਾਈਜ਼ ਕਰਾਉਣ ਲਈ ਦੱਸ ਰਹੀ ਹਾਂ ਕਿ ਅਸੀਂ ਰਾਈਟ ਐਂਗਲ ਟਰਾਇੰਗਲ ਦੀ ਇੱਕ ਥਿਅਰਮ ਕੀਤੀ ਸੀਗੀ ਟਰਾਇੰਗਲ ਚੈਪਟਰ ਦੇ ਵਿੱਚ, ਜਿਹਦੇ ਵਿੱਚ ਅਸੀਂ ਕੀ ਕੀਤਾ ਸੀਗਾ ਕਿ ਜਿਹੜਾ ਹਾਈਪੋਟੇਨਿਊਸ ਦਾ ਸਕੁਅਰ ਹੈਗਾ ਬੱਚਿਓ ਕਿਹਦੇ ਬਰਾਬਰ ਹੁੰਦਾ ਆ, ਬੇਸ ਸਕੁਅਰ ਪਲੱਸ ਪਰਪੈਂਡੀਕੂਲਰ ਸਕੁਅਰ। ਉਹੀ ਚੀਜ਼ ਹੁਣ ਤੁਸੀਂ ਇੱਥੇ ਇਮੈਜਿਨ ਕਰਨੀ ਹੈ। ਦੇਖੋ ਆਹ ਇੱਕ ਰਾਈਟ ਐਂਗਲ ਟਰਾਇੰਗਲ ਆ ਗਿਆ ਤੇ ਜੇ ਮੈਂ ਡੀ ਲਿਖਣਾ ਹੋਵੇ ਬੱਚਿਓ ਤੇ ਡੀ ਕੀ ਹੈਗਾ, ਆ ਸਮਾਲ ਡੀ ਹੈਗਾ, ਚਲੋ ਮੈਂ ਕੈਪੀਟਲ ਡੀ, ਚਲੋ ਸਮਾਲ ਡੀ ਲਿਖ ਲੈਣੀ, ਕਨਫਿਊਜ਼ਨ ਨਾ ਹੋਵੇ। ਜਿਹੜਾ ਡੀ ਹੈਗਾ ਬੱਚਿਓ ਉਹ ਕਿਹਦੇ ਬਰਾਬਰ ਆਏਗਾ, ਇੱਥੇ ਆਪਾਂ ਡੀ ਦਾ ਸਕੁਅਰ ਲਿਖਦੇ ਸੀ ਨਾ, ਹਾਈਪੋਟੇਨਿਊਸ ਦਾ ਸਕੁਅਰ, ਉਹ ਕਿਹਦੇ ਬਰਾਬਰ ਆਏਗਾ, ਬੇਸ ਸਕੁਅਰ। ਬੇਸ ਸਕੁਅਰ ਕੀ ਹੈਗਾ ਮੇਰਾ, ਆਧਾਰ ਦਾ ਸਕੁਅਰ। ਠੀਕ ਹੈ, ਜੋੜ ਲੰਬ ਦਾ ਸਕੁਅਰ। ਲੰਬ ਕੀ ਹੈਗਾ ਮੇਰਾ y2 ਮਾਈਨਸ y1 ਦਾ ਸਕੁਅਰ। ਤੇ ਅਗਲੇ ਸਟੈਪ ਦੇ ਵਿੱਚ ਜਿਹੜਾ ਮੇਰਾ ਸਕੁਅਰ ਇਸ ਪਾਸੇ ਸੀਗਾ ਮੈਂ ਦੂਜੇ ਪਾਸੇ ਇਹਨੂੰ ਸਕੁਅਰ ਰੂਟ ਦੇ ਵਿੱਚ ਲਿਖਤਾ ਆ, x2 ਮਾਈਨਸ x1 ਦਾ ਸਕੁਅਰ, ਸਕੁਅਰ ਇੱਥੇ ਆ, ਪਲੱਸ y2 ਮਾਈਨਸ y1 ਦਾ ਸਕੁਅਰ। ਠੀਕ ਹੈ ਜੀ। ਇੱਥੋਂ ਜਿਹੜਾ ਇਹ ਫਾਰਮੂਲਾ ਹੈਗਾ ਡੀ ਦਾ ਡਿਰਾਈਵ ਕੀਤਾ ਆ ਕਿ ਡੀ ਦਾ ਫਾਰਮੂਲਾ ਬਣਿਆ ਕਿੱਦਾਂ ਅਸਲੀ 'ਚ।